हेलो एवरीवन। सो असी कर रहे ਸੀਗੇ ਫਿਜ਼ਿਕਸ ਦਾ ਸਟੈਟਿਕਸ, ठीक है, ਜਿਹਦੇ ਵਿੱਚ ਆਪਾਂ ਨੈਕਸਟ ਪੜਾਂਗੇ ਫੇਸ ਸਪੇਸ। ਜੋ ਸਾਡੇ ਸਿਲੇਬਸ ਦੇ ਵਿੱਚ ਨਾ ਅੱਗੇ ਕੁਝ ਚੀਜ਼ਾਂ ਮੈਂਸ਼ਨ ਹੈਗੀਆਂ, ਉਹਦੇ ਲਈ ਸਾਨੂੰ ਪਹਿਲਾਂ ਫੇਸ ਸਪੇਸ ਬਾਰੇ ਪਤਾ ਹੋਣਾ ਚਾਹੀਦਾ ਆ। ਮੈਂ ਜੋ ਇੰਪੋਰਟੈਂਟ ਹੈ ਸਾਡੇ ਪੇਪਰ ਲਈ ਉਹੀ ਕਰਵਾਵਾਂਗੀ, ਠੀਕ ਹੈ। ਡਾਇਰੈਕਟ ਰਿਜ਼ਲਟ ਆਉਂਦੇ ਆ, ਆਪਾਂ ਡਾਇਰੈਕਟ ਰਿਜ਼ਲਟ ਕਰਾਂਗੇ ਤੇ ਥੋੜਾ ਚੀਜ਼ਾਂ ਨੂੰ ਸਮਝਾਂਗੇ। ਫਸਟ ਆਫ ਆਲ ਫੇਸ ਸਪੇਸ ਦੀ ਗੱਲ ਕੀਤੀ ਹੈ ਨਾ कि उन्हें सानू पूछा फेस स्पेस बारे, ठीक है। दिस इज़ फेस स्पेस, क्लियर। सो फेस स्पेस लिए सानू दो चीज़ां पहला समझनियां जरूरी है, एक है पोजीशन स्पेस, एक है मोमेंटम स्पेस, ठीक है। जिद्दां हुण पहला ने पोजीशन स्पेस की दस्सिया, द स्पेस है एक स्पेस आ इन विच स्टेट ऑफ, ਜਿਹਦੇ ਵਿੱਚ ਉਹਨੇ ਗੱਲ ਕੀਤੀ ਕਿ ਜਿਹੜੀ ਸਟੇਟ ਆ ਕੌਨਸਟੀਟਿਊਐਂਟ ਪਾਰਟੀਕਲ ਆਫ ਸਿਸਟਮ ਕੈਨ ਬੀ ਡਿਸਕ੍ਰਾਈਬਡ ਇਨ ਟਰਮ ਆਫ ਪੋਜੀਸ਼ਨ ਕੋਆਰਡੀਨੇਟ। ਕਿ ਜਿੱਦਾਂ ਲੈਟਸ ਸੇ ਇਹ ਤੁਹਾਡੇ ਕੋਲ ਐਕਸ ਐਕਸਿਸ ਹੈਗਾ, वाई एक्सिस एंड दिस इज़ Z एक्सिस। फिर तुसी किसी पॉइंट पोजीशन आ किसी पॉइंट दसनी हो किद्दां दसदे, एक्स कोआर्डीनेट फिर वाई फिर इदां ही Z इहदी दसदे किसी पॉइंट दी, है ना, कि आपां किद्दां पोजीशन आनी उत्थे। सो ਉਹੀ ਜਿਹੜੇ ਕੋਆਰਡੀਨੇਟ ਯੂਜ਼ ਕੀਤੇ ਜਾਂਦੇ ਆ, ਜਿੱਦਾਂ ਮੈਂ एक्स वाई Z ਕੋਆਰਡੀਨੇਟ ਯੂਜ਼ ਕੀਤੇ ਉਹਨਾਂ ਨੂੰ ਕੀ ਬੋਲਦੇ ਆਪਾਂ ਪੋਜੀਸ਼ਨ। ਸੋ ਪੋਜੀਸ਼ਨ ਕੋਆਰਡੀਨੇਟ ਹੈਗੇ ਆ ਡਿਸਕ੍ਰਾਈਬ ਕਰਨ ਲਈ ਦੱਸੇ ਹੋਏ, ਤਾਂ ਉਹਨੂੰ ਬੋਲਿਆ ਆਪਾਂ ਪੋਜੀਸ਼ਨ ਸਪੇਸ। ਯਾਨੀ ਕਿ ਇੱਦਾਂ ਦੀ ਸਪੇਸ ਜਿਹਦੇ ਵਿੱਚ ਸਟੇਟ ਆਫ ਕੌਨਸਟੀਟਿਊਐਂਟ ਪਾਰਟੀਕਲ ਆਫ ਅ ਸਿਸਟਮ ਕੈਨ ਬੀ ਡਿਸਕ੍ਰਾਈਬਡ ਇਨ ਟਰਮ ਆਫ ਪੋਜੀਸ਼ਨ ਕੋਆਰਡੀਨੇਟਸ। ਜਿਹਦੇ 'ਚ ਮੈਨੂੰ ਕੀ ਚਾਹੀਦੇ ਆ, ਪੋਜੀਸ਼ਨ ਕੋਆਰਡੀਨੇਟ ਚਾਹੀਦੇ, ਉਹਨੂੰ ਕੀ ਬੋਲਿਆ ਮੈਂ ਪੋਜੀਸ਼ਨ ਸਪੇਸ। ਹੁਣ ਤੁਹਾਨੂੰ ਪਤਾ ਕਿੰਨੇ ਕੋਆਰਡੀਨੇਟ ਚਾਹੀਦੇ ਆ ਪੋਜੀਸ਼ਨ ਦੱਸਣ ਲਈ, 3 ਕੋਆਰਡੀਨੇਟ ਚਾਹੀਦੇ। ਕਿਹੜੇ ਕਿਹੜੇ, ਐਕਸ ਵਾਈ ਜ਼ੈਡ। ਜਿੱਦਾਂ ਹੈ ਨਾ ਇੱਕ ਪਾਰਟੀਕਲ ਜੇ ਮੇਰੇ ਕੋਲ ਅੰਦਰ ਅਨ ਪਾਰਟੀਕਲ ਆ, ਉਹਨੂੰ ਡਿਸਕ੍ਰਾਈਬ ਕਰਨ ਲਈ ਕਿੰਨੇ ਪੋਜੀਸ਼ਨ ਕੋਆਰਡੀਨੇਟ ਚਾਹੀਦੇ ਹੋਣਗੇ, 3n, ਕਲੀਅਰ। ਜੇ n ਪਾਰਟੀਕਲਸ ਹੈਗੇ ਨੇ ਕਿੰਨੇ ਪੋਜੀਸ਼ਨ ਕੋਆਰਡੀਨੇਟ ਚਾਹੀਦੇ ਮੈਨੂੰ, 3n। ਸੋ ਇਸ ਕਰਕੇ ਆਪਾਂ ਕਿੰਨੇ ਜਿਹੜੀ ਸਪੇਸ ਆ ਉਹ ਕੀ ਆ, 3 ਡਾਇਮੈਂਸ਼ਨਲ। ਕੀ ਆ, 3 ਡਾਇਮੈਂਸ਼ਨਲ। ਸੋ ਉਸ ਤੋਂ ਬਾਅਦ ਇਹ ਸੀਗੀ ਗੱਲ ਸਟੈਟਿਕ ਸਿਸਟਮ ਦੀ। ਹੁਣ ਗੱਲ ਕਰਦੇ ਆਪਾਂ ਡਾਇਨਾਮਿਕ ਸਿਸਟਮ ਦੀ। ਡਾਇਨਾਮਿਕ ਸਿਸਟਮ ਦੇ ਵਿੱਚ ਦੇਖੋ ਅਸੀਂ ਗੱਲ ਕਰਾਂਗੇ ਮੋਮੈਂਟਮ ਸਪੇਸ ਦੀ। ਡਾਇਨਾਮਿਕ ਦੇ ਵਿੱਚ ਚੀਜ਼ਾਂ ਚੱਲਣਗੀਆਂ, ਉਹਨਾਂ ਦਾ ਕੋਈ ਮੋਮੈਂਟਮ ਹੋਏਗਾ, ਮੋਮੈਂਟਮ ਦਾ ਸਾਈਨ ਹੁੰਦਾ P, ਠੀਕ ਹੈ। ਹੁਣ ਇੱਦਾਂ ਜੇ ਸਪੇਸ ਦੇ ਵਿੱਚ ਆ, ਉਹਦਾ ਮੋਮੈਂਟਮ ਐਕਸ ਵੱਲ ਨੂੰ ਵੀ ਹੋ ਸਕਦਾ, ਵਾਈ ਵੱਲ ਨੂੰ ਵੀ ਹੋ ਸਕਦਾ, ਜ਼ੈਡ ਵੱਲ ਨੂੰ ਵੀ। ਐਕਸ ਵੱਲ ਨੂੰ ਆਪਾਂ ਕੀ ਲੈ ਲਾਂਗੇ, PX, ਵਾਈ ਵੱਲ ਨੂੰ ਕੀ ਲੈ ਲਾਂਗੇ, PY, ਜ਼ੈਡ ਵੱਲ ਨੂੰ ਕੀ ਆਏਗਾ, PZ। ਯਾਨੀ ਕਿ ਉਹ ਕਿੱਧਰ ਨੂੰ ਵੀ ਸਪੇਸ ਦੇ ਵਿੱਚ ਕੋਈ ਪਾਰਟੀਕਲ ਆ, PX ਵੱਲ ਨੂੰ ਵੀ ਜਾ ਸਕਦਾ, ਵਾਈ ਵੱਲ ਨੂੰ, ਜ਼ੈਡ ਵੱਲ ਕਿੱਧਰ ਵੀ ਜਾ ਸਕਦਾ ਨਾ, ਜਦੋਂ 3 ਡਾਇਮੈਂਸ਼ਨਲ ਸਪੇਸ ਦੇ ਵਿੱਚ ਕੋਈ ਪਾਰਟੀਕਲ ਹੈਗਾ। ਸੋ ਉਹਦਾ ਮੋਮੈਂਟਮ ਡਿਸਕ੍ਰਾਈਬ ਕਰਨ ਲਈ ਕਿੰਨੇ ਕੋਆਰਡੀਨੇਟ ਚਾਹੀਦੇ, 3, PX, PY ਐਂਡ PZ। ਸੋ ਇੱਦਾਂ ਅਸੀਂ ਜਦੋਂ ਹੁਣ ਸਪੇਸ ਦੇ ਵਿੱਚ ਅਸੀਂ ਡਾਇਨਾਮਿਕ ਸਟੇਟ ਜਿਹੜੀ ਹੈ ਕਿਸੇ ਕੌਨਸਟੀਟਿਊਐਂਟ, ਜਿੱਦਾਂ ਇੱਥੇ ਲਿਖਿਆ ਹੋਇਆ, ਦ ਸਪੇਸ ਇਨ ਵਿਚ ਦ ਡਾਇਨਾਮਿਕ ਸਟੇਟ ਆਫ ਕੌਨਸਟੀਟਿਊਐਂਟ ਪਾਰਟੀਕਲ ਆਫ ਸਿਸਟਮ ਕੈਨ ਬੀ ਡਿਸਕ੍ਰਾਈਬਡ ਇਨ ਟਰਮ ਆਫ ਮੋਮੈਂਟਮ ਕੋਆਰਡੀਨੇਟ। ਮੋਮੈਂਟਮ ਕੋਆਰਡੀਨੇਟ ਇਜ਼ ਕਾਲਡ ਮੋਮੈਂਟਮ ਸਪੇਸ। ਜਦੋਂ ਸਪੇਸ ਕੋਆਰਡੀਨੇਟ ਚਾਹੀਦੇ ਸੀਗੇ ਉਹਨੂੰ ਆਪਾਂ ਕੀ ਬੋਲਿਆ ਸੀ, ਪੋਜੀਸ਼ਨ ਸਪੇਸ। ਜਦੋਂ ਸਾਨੂੰ ਮੋਮੈਂਟਮ ਕੋਆਰਡੀਨੇਟ ਚਾਹੀਦੇ ਉਹਨੂੰ ਆਪਾਂ ਨੂੰ ਕੀ ਕਹਿਣਾ, ਮੋਮੈਂਟਮ ਸਪੇਸ, ਕਲੀਅਰ। ਸੋ ਜਿਹੜੀ ਕੰਪਲੀਟ ਡਿਸਕ੍ਰਿਪਸ਼ਨ ਅੱਗੇ ਉਹਨੇ ਦੱਸਿਆ ਪਿਆ, ਦ ਕੰਪਲੀਟ ਡਿਸਕ੍ਰਿਪਸ਼ਨ ਆਫ ਡਾਇਨਾਮਿਕ ਬਿਹੇਵੀਅਰ ਆਫ ਸਿਸਟਮ ਨੀਡ ਟੂ ਨੌਲੇਜ 3 ਪੋਜੀਸ਼ਨ ਕੋਆਰਡੀਨੇਟ, ਕਿ 3 ਪੋਜੀਸ਼ਨ ਕੋਆਰਡੀਨੇਟ ਚਾਹੀਦੇ ਆ, 3 ਹੀ ਮੋਮੈਂਟਮ ਕੋਆਰਡੀਨੇਟ ਚਾਹੀਦੇ ਆ, ਠੀਕ ਹੈ। ਇਹੀ ਗੱਲ ਕੀਤੀ ਉਹਨੇ। ਫਿਰ ਇਸ ਕਰਕੇ ਕਹਿੰਦਾ ਦ ਸਪੇਸ ਇਨ ਵਿਚ ਸਟੇਟ ਆਫ ਕੌਨਸਟੀਟਿਊਐਂਟ ਪਾਰਟੀਕਲ ਆਫ ਸਿਸਟਮ ਕੈਨ ਬੀ ਡਿਸਕ੍ਰਾਈਬਡ ਇਨ ਟਰਮ ਆਫ ਪੋਜੀਸ਼ਨ ਐਂਡ ਮੋਮੈਂਟਮ ਕੋਆਰਡੀਨੇਟ। ਉਹਨੂੰ ਕੀ ਬੋਲਦੇ ਆਪਾਂ, ਫੇਸ ਸਪੇਸ, ਜਿਹਦੇ ਵਿੱਚ ਮੈਨੂੰ ਦੋਨੇ ਹੀ ਚਾਹੀਦੇ ਆ, ਪੋਜੀਸ਼ਨ ਕੋਆਰਡੀਨੇਟ ਵੀ ਚਾਹੀਦੇ ਆ ਤੇ ਮੋਮੈਂਟਮ ਕੋਆਰਡੀਨੇਟ ਵੀ ਚਾਹੀਦੇ ਆ। ਸੋ ਯਾਦ ਵੇ ਤੁਹਾਨੂੰ 3 ਕੀ ਸੀਗੇ, ਪੋਜੀਸ਼ਨ, 3 ਕੀ ਸੀਗੇ, ਮੋਮੈਂਟਮ। ਤੇ ਇਹਦੇ ਵਿੱਚ ਟੋਟਲ ਕਿੰਨੇ ਹੋ ਜਾਣਗੇ ਫਿਰ, ਐਨ ਪਾਰਟੀਕਲ ਲਈ 6n। ਯਾਨੀ ਇਹ ਕਿਹੜੀ ਹੋ ਗਈ, 6 ਡਾਇਮੈਂਸ਼ਨਲ ਸਪੇਸ। ਜੇ ਤੁਹਾਨੂੰ ਪੇਪਰ 'ਚ ਆ ਜਾਵੇ ਫੇਸ ਸਪੇਸ ਕਿੰਨੇ ਡਾਇਮੈਂਸ਼ਨਲ ਹੁੰਦੀ ਆ, 6 ਡਾਇਮੈਂਸ਼ਨਲ। ਪੋਜੀਸ਼ਨ ਸਪੇਸ 3 ਡਾਇਮੈਂਸ਼ਨਲ, ਮੋਮੈਂਟਮ ਸਪੇਸ ਵੀ 3 ਡਾਇਮੈਂਸ਼ਨਲ। ਬਟ ਜਦੋਂ ਫੇਸ ਸਪੇਸ ਆ, ਹੁਣ ਫੇਸ ਸਪੇਸ ਦੇ ਵਿੱਚ ਮੈਨੂੰ 3 ਮੋਮੈਂਟਮ ਕੋਆਰਡੀਨੇਟ ਵੀ ਚਾਹੀਦੇ, 3 ਫੇਸ ਕੋਆਰਡੀਨੇਟ ਵੀ ਚਾਹੀਦੇ ਹੈ, ਠੀਕ ਹੈ। ਸੋ ਇਸ ਕਰਕੇ ਇਹ ਕਿੰਨੀ ਹੋ ਗਈ, 6 ਡਾਇਮੈਂਸ਼ਨਲ। ਸੋ ਇਹਦੇ ਵਿੱਚ ਸਾਨੂੰ ਕਿੰਨੇ ਕੋਆਰਡੀਨੇਟ ਚਾਹੀਦੇ ਆ, 6n, ਕਲੀਅਰ। ਕਿੰਨੇ ਚਾਹੀਦੇ ਸਾਨੂੰ ਇਹਦੇ ਵਿੱਚ, 6n। ਸੋ ਕਲੀਅਰ ਹੈਗਾ ਜੀ। ਨੈਕਸਟ ਅਸੀਂ ਦੇਖਦੇ ਹਾਂ ਇਹਦੇ ਵਿੱਚ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਡਿਵੀਜ਼ਨ ਆਫ ਫੇਸ ਸਪੇਸ ਇਨਟੂ ਕੰਪਾਰਟਮੈਂਟ ਐਂਡ ਸੈੱਲ। ਹੁਣੇ ਆਪਾਂ ਫੇਸ ਸਪੇਸ ਬਾਰੇ ਪੜ੍ਹਿਆ, ਅਸੀਂ ਹੁਣ ਪੜ੍ਹਾਂਗੇ ਕਿ ਫੇਸ ਸਪੇਸ ਨੂੰ ਆਪਾਂ ਕਿੱਦਾਂ ਡਿਵੀਜ਼ਨ ਕਰ ਸਕਦੇ ਹਾਂ ਕੰਪਾਰਟਮੈਂਟ ਦੇ ਸੈੱਲਸ ਦੇ ਵਿਚਕਾਰ, ਕਲੀਅਰ। ਉਹ ਦੇਖਦੇ ਹਾਂ। ਦੇਖੋ ਇਹਦੇ ਵਿੱਚ ਉਹਨੇ ਗੱਲ ਕੀਤੀ ਕਿ ਹਰ ਜਿਹੜਾ ਕੰਪਾਰਟਮੈਂਟ ਆ ਕੰਟੇਨ ਕਰਦਾ ਡਿਫਰੈਂਟ ਨੰਬਰ ਆਫ ਸੈੱਲ। ਹਰ ਕੰਪਾਰਟਮੈਂਟ ਦੇ ਵਿੱਚ ਦਾ ਹਰ ਕੰਪਾਰਟਮੈਂਟ ਬਣੇਗਾ ਡਿਫਰੈਂਟ ਨੰਬਰ ਆਫ ਸੈੱਲ ਹੋਣਗੇ, ਠੀਕ ਹੈ। ਤੇ ਕੰਪਾਰਟਮੈਂਟ ਕੋਰਸਪੋਂਡਿੰਗ ਟੂ ਡਿਫਰੈਂਟ ਐਨਰਜੀ ਮੋਮੈਂਟਮ ਐਂਡ ਮੋਮੈਂਟਮ ਇੰਟਰਵਲ, ਅਲੱਗ-ਅਲੱਗ ਐਨਰਜੀ ਤੇ ਮੋਮੈਂਟਮ ਇੰਟਰਵਲ ਹੋਣਗੇ। ਸੋ by dividing the phase space of system into compartment and cell we can analyze the distribution of energy। so divide ਕਰਕੇ ਆਪਾਂ face space ਨੂੰ divide ਕਰਦੇ ਜਦੋਂ compartment ਤੇ cell ਦੇ, ਫਿਰ ਆਪਾਂ ਦੇਖਦੇ ਹਾਂ ਉੱਥੇ energy ਦੀ distribution ਕਿੱਦਾਂ ਹੋਈ ਤੇ energy ਔਰ momentum ਕਿੱਦਾਂ distribute ਹੋਇਆ ਉਹਨਾਂ particles ਦੇ ਮੰਗ। ਉਹਦੇ ਤੋਂ ਹੀ ਆਪਾਂ ਜਿਹੜਾ concept ਲਿਆਂਦਾ ਅੱਗੇ occupation index ਦਾ। ਕਿਹਦਾ concept ਲਿਆਂਦਾ, occupation index ਦਾ। ਇਹ ਬਹੁਤ ਇੰਪੋਰਟੈਂਟ ਆ। occupation index ਦੇ ਵਿੱਚ ਕੀ ਦੱਸਿਆ ਉਹਨੇ,
कि ਜਿਹੜਾ ਹਰ ਕੰਪਾਰਟਮੈਂਟ ਹੈ ਨਾ ਫੇਸ ਸਪੇਸ ਦਾ, ਜਿਹੜੀ ਫੇਸ ਸਪੇਸ ਦੇ ਜਿੰਨੇ ਵੀ ਕੰਪਾਰਟਮੈਂਟ ਹੈਗੇ ਆ ਉਹ ਕੰਟੇਨ ਕਰਦੇ ਡਿਫਰੈਂਟ ਨੰਬਰ ਆਫ ਪਾਰਟੀਕਲ, ਜਿਹੜੇ ਅੱਗੇ ਕਿਤੇ ਡਿਪੈਂਡ ਕਰਦੇ ਆ ਨੇਚਰ ਆਫ ਸਿਸਟਮ ਤੇ। ਸਪੋਜ਼ NI ਅੰਦਰ ਪਾਰਟੀਕਲਸ ਹੈਗੇ ਨੇ ਤੇ GI ਸੈਲਸ ਦੇ ਵਿੱਚ ਡਿਵਾਈਡਡ ਹੈਗੇ ਨੇ ਤੇ ਆਕੂਪੇਸ਼ਨ ਇੰਡੈਕਸ ਕੀ ਹੋਏਗਾ NI अपॉन GI। ये याद रखना, अगे बहुत जगह यूज़ होना है ऑक्यूपेशन इंडैक्स, ठीक है। किन्ने नंबर ऑफ कंपार्टमेंट अगे किन्ने नंबर ऑफ सैल्स डिवीजन हुई है, क्लियर। सो ये पूछा जा सकता है। ऑक्यूपेशन इंडैक्स क्लियर हो गया। नंबर ऑफ पार्टिकल की है जो तुहानूं पेपर च आ जाए, नंबर ऑफ पार्टिकल पर यूनिट सैल। नैक्सट ये आपां जो देखना हैगा, देखो नंबर ऑफ फेस स्पेस सैल इन द मोमेंटम इंटरवल। हुण किन्ने फेस स्पेस सैल हुंदे हैगे ने, ठीक है, वो आपां देखांगे। किन्ने फेस स्पेस सैल हुंदे ने किसी मोमेंटम इंटरवल ले लिया मैं P तो P प्लस DP, ठीक है। आई थिंक मास्टर केडर जे क्वेश्चन पूछा गया सीगा। इनू आपां डिनोट करदे GP DP नाल। ये की हुंदा, किन्ना अवेलेबल वॉल्यूम आ उस मोमेंटम इंटरवल दे विच, किन्ना अवेलेबल वॉल्यूम हैगा टू द वॉल्यूम ऑफ ईच फेस सैल। हर फेस सैल के वॉल्यूम नाल की करना, डिवाइड करना। असीं इहदा हुण डायरैक्ट की रखना, रिजल्ट याद रखना, ठीक है। और रिजल्ट जिहड़ा आपां देखदे हां अगे सानूं दित्ता होया, दिस इज़ द रिजल्ट, डायरैक्ट रिजल्ट, दिस इज़ द गिवन डायरैक्ट रिजल्ट। GP DP इज इक्वल्स टू V वॉल्यूम हैगा 4 पाई P स्क्वायर DP, जो P DP इंटरवल दिता सी मोमेंटम का, ठीक है, अपॉन H0 क्यूब। क्लीयर, वेरी वेरी इंपॉर्टेंट जो रिजल्ट हैगा तुहाडे कोल ये, ठीक है, इनू तुसीं याद करना है। क्लीयर, ये तो आ गया साडे कोल इहदा रिजल्ट। हुण देखो जे वो तुहानूं पेपर च पुछ लवे, जो पेपर च तुहानूं पुछेगा इंटरवल E इंटू E प्लस DP, तो तुहानूं सारिਆਂ ਨੂੰ ਹੁਣ ਤੁਹਾਨੂੰ ਇਹ ਤਾਂ ਪਤਾ ਹੈ ਫਾਰਮੂਲਾ ਤਾਂ ਇਹਦਾ ਆਹ ਵਾਲਾ ਆ, ਬਟ ਉਹਨੇ ਇਹ ਇੰਟਰਵਲ ਕੇ ਲਈ ਸੀਗਾ मोमेंटम इंटरवल P तो P प्लस DP ਲਈ, बट पेपर 'ਚ ਉਹਨੇ ਇਹ इंटरवल की जगह इंटरवल एनर्जी वाले दे ਦਿੱਤੇ। ਤਾਂ ਤੁਹਾਨੂੰ ਸਾਰਿਆਂ ਨੂੰ ਪਤਾ एनर्जी ਤੇ मोमेंटम 'ਚ ਕੀ ਰਿਲੇਸ਼ਨ ਹੁੰਦਾ, एनर्जी ਹੁੰਦੀ 1/2 mv स्क्वायर, ठीक है। ये आ गई 1/2 mv स्क्वायर। जे मैं m ਨਾਲ मल्टीप्लाई कर देवां तो m ਨਾਲ ही डिवाइड कर देवां तो बन जाएगा m स्क्वायर v स्क्वायर अपॉन m कर दिता इदां ही। तो सारिਆਂ ਨੂੰ पता मोमेंटम P का फॉर्मूला की ਹੁੰਦਾ mv। सो मैं ये जो M स्क्वायर V स्क्वायर आ ये जगह की पुट कर दिता P स्क्वायर। सो इत्थों की आ गया, सो ये देखो साडे कोल इत्थे आ गया E इज इक्वल्स टू 1/2 P स्क्वायर डिवाइड बाय M, यही वाली चीज़ आ गई, ठीक है। सो इत्थों P स्क्वायर ये वाला 2m चक के उधर ला जाओ, P स्क्वायर इक्वल टू की आ गया 2me, ठीक है। इत्थे मैं डेरीवेटिव करता 2P DP की इक्वल टू आ गया 2ME/DE, तो इत्थों मैं DP की वैल्यू कर ली। इन्नी गल क्लीयर है ना। हुण ये सारियां वैल्यूज़ आपां चक के जिहड़ियां इत्थे पुट कर देनियां हैगियां, ठीक है। ये जिहड़ियां साडियां वैल्यूज़ आईयां ना इत्थे पुट कर देना, जिद्दां V दा V रहन देना आ, 4 पाई P स्क्वायर की वैल्यू साडे कोल कितनी आई है 2ME, इत्थे पुट कर देनी है 2ME नाल इहदी DP आ, DP की वैल्यू आ वाली पुट कर देनी आ वाली, ठीक है। जी सॉरी आ वाली जी साढ़े को वैल्यू आई ये असी DP की जगह पुट कर देनी है, नीचे H0 क्यूब इदे रह देना। जो असी ये सारिया वैल्यूज़ पुट करांगे, देखो सारिया वैल्यूज़ उन्हें पुट कीतियां हुई हैं, देखो ठीक है। P स्क्वायर की जगह P स्क्वायर की वैल्यू पुट की है 2ME, DP की जगह DP की H0 क्यूब की जगह H0 क्यूब रहन दिता, V की जगह V आ गया, ठीक है। 4 पाई जगह 4 आई, 2ME की जगह 2ME, ठीक है। ये सारे जड़े डायरैक्ट इदा ही आ गए, ठीक है। इत्थे E की पावर 1/2 हैगा, ठीक है। M की पावर 1/2 1 पावर 1 हैगी है, तो टोटल कितना बन गया 3/2। सो जे तुहानूं इंटरवल ये वाला आ गया, ठीक है, कि E प्लस DE ले वैल्यू जो पिछली बारी आई थिंक P ले पूछे सी, हो सकता इस बारी ये पूछ लवे, तो साडे कोल की आंसर आ जाएगा फिर ये वाला आंसर आ जाएगा। वेरी वेरी इंपॉर्टेंट, डायरैक्ट किसी ने रिजल्ट याद रखना डायरैक्ट रख लो, जे तुसी दूसरी तरह मतलब कि कढ़ना तो भी सौखा ही है, जिद्दां मर्जी कर लो, ठीक है। सो लेट्स एक देखते हैं साडे कोल जी आ जाता ये फाइंड द नंबर ऑफ फेस सैल इन द एनर्जी इंटरवल 0 तो E। ये तो सीगा आपां कीता उपर P प्लस DP ਲਈ, फिर किया E प्लस DE ਲਈ। हुण जे सानू पुछदा इंटरवल जिहड़ा पुछन दिया वो इंटरवल उन्हें लेट्स से पुछ लिया 0 तो वेट 0 तो E पुछ लिया उन्हें, सॉरी इंटरवल साडे कोल की हो गया हुण 0 तो E। दैन साडे कोल जिहड़ा होएगा डायरैक्ट रिजल्ट याद रखना कितना आएगा 4 पाई V अपॉन 3 H0 क्यूब 2ME रेज़ टू पावर 3/2। दिस इज़ द डायरैक्ट रिजल्ट जिहड़ा तुसीं याद रखना किन्ने इंटरवल लई 0 तो 2E 0 तो E इंटरवल लई,
क्लीयर। हुण 3 रिजल्ट याद रखे, एक किहड़ा P तो P प्लस DP है ना, P तो P प्लस, एक E तो E प्लस DE, एक तुसीं याद रखना 0 तो E ਲਈ, ठीक है। सो ਇਹਦੇ ਨਾਲ ਜੇ कंपेयर करिए ये देखो सिर्फ √2 उधर जाके 3/2 बन गया है, ठीक है। सो इन्हूं तुसीं कंपेयर करके किसी तरह कर लेना, क्लियर। अगला देखते हैं। नैक्सट है जी काइंड ऑफ स्टैटिस्टिक्स, बहुत इंपॉर्टेंट आ। 3 तरह की साडे कोल स्टैटिस्टिक्स हुंदी आ, ठीक है। पहला तो देखते हैं जी स्टैटिक्स मैं इन्हूं दोवां च वंडिया क्लासिकल ते क्वांटम। क्लासिकल नूं आपां मैक्सवैल बोल्ट्जमैन स्टैटिक्स भी कहते हैं, ठीक है। तो जी क्वांटम आ उहदे विच आपां बोस-आइंस्टीन लैंदे ते फर्मी डिराक, तीनों ही साडे सिलेबस च मैंशन कीतियां होईयां, तीनों ही बहुत इंपॉर्टेंट। जे तुहानूं पुछिआ क्लासिकल च किहड़ी है MB, ठीक है जी। क्वांटम दे विच आंदी बोस-आइंस्टीन ते फर्मी डिराक, बहुत ज़्यादा इंपॉर्टेंट आ, ठीक है। सो इन्हूं आपां स्टडी करते हैं। सो सब तो पहला गल करते हैं पार्टिकल्स की। पार्टिकल की गल देखी जाए तो जो MB हुंदा ना उहदे विच पार्टिकल्स आपां लैने डिस्टिंग्विशेबल, मतलब पार्टिकल्स डिस्टिंग्विशेबल होणगे। मैक्रो माइक्रो च मैं समझाया सी ना, बोस-आइंस्टीन च की होणगे इनडिस्टिंग्विशेबल, मतलब कि जिद्दां हुण कोई कंपार्टमेंट है ना, 2 कंपार्टमेंट आ, मैं पार्टिकल ले A ते भी डिस्टिंग्विशेबल ही है, एक A इधर आ गया, एक A इधर है ना, ए B इधर आ गया। जे मैं कहां पार्टिकल्स इनडिस्टिंग्विशेबल मतलब दोनों सेम ले ले A, हुण डिस्टिंग्विशेबल किद्दां दोनों पासे देखण नूं सेम ही लगदे पे A ते A, है ना। सो समझते। सो ਜਦੋਂ ਅਸੀਂ ਕਲਾਸੀਕਲ ਨਾਲ ਡੀਲ ਕਰਦੇ ਹਾਂ ਅਸੀਂ ਪਾਰਟੀਕਲ ਕੀ ਲੈਂਦੇ ਹਾਂ ਡਿਸਟਿੰਗੁਇਸ਼ੇਬਲ, ਬਟ ਜਦੋਂ ਅਸੀਂ ਕੁਆਂਟਮ ਨਾਲ ਡੀਲ ਕਰਦੇ ਹਾਂ ਪਾਰਟੀਕਲਸ ਕੀ ਲੈਂਦੇ ਹਾਂ ਇਨਡਿਸਟਿੰਗੁਇਸ਼ੇਬਲ। ਅੱਗੇ ਗੱਲ ਕਰਦੇ ਹਾਂ ਸਾਈਜ਼ ਫੇਸ ਸੈੱਲ ਦੀ। ਜਿਹੜਾ ਸਾਈਜ਼ ਲੈਂਦੇ ਹਾਂ ਅਸੀਂ ਫੇਸ ਸੈੱਲ ਦਾ, ਇਹਦੇ ਕੇਸ ਦੇ ਵਿੱਚ ਕੈਨ ਬੀ ਸਮੋਲ ਐਜ਼ ਵੀ ਰਿਕੁਆਇਰ, ਜਿੰਨਾ ਅਸੀਂ ਚਾਹੀਏ ਉਨਾ ਸਮੋਲ ਕਰ ਸਕਦੇ ਹਾਂ। ਬਟ ਇਹਦੇ ਵਿੱਚ ਸਾਈਜ਼ ਜਿਹੜਾ h³ ਤੋਂ ਤੁਸੀਂ ਘੱਟ, ਪਲੈਂਕ ਕਾਂਸਟੈਂਟ ਤੋਂ ਘੱਟ ਨਹੀਂ ਕਰ ਸਕਦੇ, ਠੀਕ ਹੈ। ਇਹਦੇ ਵਿੱਚ इन्हां दोनों च नहीं होएगा, ये विच तुसीं जिन्ना छोटा क्लासिकल च जिन्ना छोटा करना कर दो, ठीक है। उस तो बाद गल आंदी आ नंबर ऑफ सैल्स की। जे मैं नंबर ऑफ सैल्स की गल करा, ऑक्यूपेशन इंडैक्स तो देखांगे आपां, वेट ऑक्यूपेशन इंडैक्स तो देखांगे आपां। ऑक्यूपेशन इंडैक्स याद है तुहानूं NI/GI हुणी कीता सी, ठीक है। इहदे केस च की हुंदा MB के केस जो GI नंबर ऑफ सैल्स जोड़े ग्रेटर दैन होंगे नंबर ऑफ कंपार्टमेंट्स, ठीक है। मतलब कि नंबर ऑफ पार्टिकल एंड GI के रिलेशन दसिया, तो इत्थों साडे कोल NI/GI की बन गया। जे मैं GI चक के इधर नीचे लै जावां, दैट विल बी लेस दैन 1, ठीक है। यही बन जाएगा, मतलब नंबर ऑफ सैल जिन्ने चाहो तुसीं ये नंबर ऑफ सैल्स कैन बी मेड लार्ज एज पॉसीबल। तो जोड़ा ऑक्यूपेशन इंडैक्स ये केस की आ गया लेस दैन 1, बट ये केस की हुंदा GI ओनली लेस दैन 1, जो लेस दैन 1 हो गया GI, ठीक है। तो NI/GI की हो गया ग्रेटर दैन इक्वल टू 1। तो उसी डायरैक्ट रिजल्ट मैं दस दी की याद रखना, एक ये वाले रिजल्ट याद रखने हैं, ठीक है, जोड़े दिते हुए हैं ये बस रिजल्ट याद रखने तुसीं, क्लीयर। इन्हां चों ही डायरैक्ट क्वेश्चन इदा उन्होंने कंडीशन दी होनी, पूछा होना कि दसो फर्मी डिराक च किहड़ा है तो बोस-आइंस्टीन च किहड़ा है। जो बोस-आइंस्टीन देखो मैं तुहानूं याद करने का तरीका दसदी हां। ऑक्यूपेशन इंडैक्स लिखिया NI/GI, ये विच लेस दैन 1, ग्रेटर दैन इक्वल टू 1, लेस दैन इक्वल टू 1, ठीक है। लेस दैन इक्वल टू 1, फिर क्या आएगा ग्रेटर दैन इक्वल टू 1 एंड फिर दैन लेस दैन इक्वल टू 1। यानी पहला तो लेस हो गया, बहुत लेस हो गया, फिर ग्रेटर दैन तो इक्वल हो गया, यानी आले दुआले लेस दैन इतने लेस दैन बहुत छोटा, सब तो पहले छोटी चीज़ आती है, फिर वड्डी, ठीक है, फिर लेस दैन की आ गया इक्वल टू, क्लीयर। ऐदा कुछ LEGELE याद LLGELE याद कर लियो, जिद्दां भी तुसीं याद करना चाहते हो, क्लीयर। उस तो अगे असीं 2 डिफरेंस साडे कोल होर आ, वो देखते हैं, ठीक है जी। देखो ਇਹਦਾ डिफरेंस है रिस्ट्रिक्शन ऑन द पार्टिकल्स। MB के केस कोई रिस्ट्रिक्शन नहीं होंगी, ठीक है। बोस-आइंस्टीन के केस भी नहीं होंगी, ठीक है। बट जो असीं गल करते हैं फर्मी डिराक की, उत्थे रिस्ट्रिक्शन होंगी है ड्यू टू पॉली एक्सक्लूजन प्रिंसीपल। ये बहुत इंपॉर्टेंट है, पूछा जाता कि कारण रिस्ट्रिक्शन होंगी ड्यू टू पॉली एक्सक्लूजन प्रिंसीपल। हुण असीं गल करते हैं पार्टिकल की डिस्ट्रीब्यूशन, जी पार्टिकल जोड़े वो डिस्टिंग्विशेबल होंगे, आप पढ़िया ही डिस्टिंग्विशेबल। हुण देखो तो माइक्रो च तुहानूं समझाया ही, जो डिस्टिंग्विशेबल है 2 कंपार्टमेंट आ, ठीक है, 2 ही पार्टिकल है, 2⁻², कितने केसिस हो जाएंगे 4, ठीक है। सो क्लीयर हो गई। जो इनडिस्टिंग्विशेबल होंगे उहदा फार्मूला की होंगे N+1, यानी 2+1 कितना हो जाएगा 3। ये जिन्हें माइक्रो नहीं देखी वो देख लियो, सेच किन्ने आ गए 3। ये की हुंदा आ पार्टिकल जोड़े आ वो सेम होंगे, ठीक है। तो गल ये होंगी है 2 पार्टिकल सेम च नहीं आ सकते, जिद्दां इत्थे सेम च आ गए ना, सॉरी आ वाली च
ਆਹ ਵਾਲੀ ਦੇਖੋ ਸੇਮ ਸੇਮ ਹੈਗੇ, ਇਹ 'ਚ ਨਾ ਸੇਮ ਚ ਨਹੀਂ ਆ ਸਕਦੇ, ਇਸ ਕਰਕੇ ਇਹਦੇ ਵਿੱਚ ਜਿਹੜੀ ਸਿਰਫ ਇੱਕੋ ਹੀ ਅਰੇਂਜਮੈਂਟ ਬਣਦੀ ਹੈ। ਇਹ 'ਚ ਕਿੰਨੀਆਂ ਅਰੇਂਜਮੈਂਟ ਬਣੀਆਂ, MB ਦੇ ਕੇਸ 'ਚ 4 ਅਰੇਂਜਮੈਂਟ ਬਣੀਆਂ 3, ਇਹਦੇ ਵਿੱਚ ਸਿਰਫ ਕਿੰਨੀ ਬਣਦੀ 1। ਇਹ ਬਹੁਤ ਇੰਪੋਰਟੈਂਟ ਹੈ, ਚੀਜ਼ਾਂ ਦੇ ਡਾਇਰੈਕਟ ਜਿਹੜੀਆਂ ਪੁੱਛੀਆਂ ਜਾਂਦੀਆਂ। ਕਲੀਅਰ। ਉਸ ਤੋਂ ਬਾਅਦ ਜਿਹੜਾ ਹੈਗਾ ਸਾਨੂੰ ਪੁੱਛਿਆ ਜਾਂਦਾ ਆ ਬੇਸਿਕ ਅਪਰੋਚ ਇਨ ਦਾ 3 ਸਟੈਟਿਕਸ। ਇੱਕ ਯਾਦ ਰੱਖਿਓ, ਇਹ 'ਚ ਤੁਸੀਂ ਜ਼ਿਆਦਾ ਇਹੀ ਯਾਦ ਰੱਖਣਾ ਇੱਕ ਚੀਜ਼ ਕਿ ਜੇ ਮੋਸਟ ਪ੍ਰੋਬੇਬਲ ਸਟੇਟ ਦੀ ਮੈਂ ਗੱਲ ਕਰਾਂ ਉਹਲੀ D log W ਜਿਹੜਾ ਆ, ਯਾਨੀ ਥਰਮੋਡਾਇਨਾਮਿਕ ਪ੍ਰੋਬੇਬਿਲਿਟੀ ਦਾ ਲੌਗ ਡੈਰੀਵੇਟਿਵ ਇਜ਼ ਇਕੁਅਲ ਟੂ ਕੀ ਹੁੰਦਾ ਆ ਸਾਡੇ ਕੋਲ 0 ਹੁੰਦਾ ਹੈ। ਕਲੀਅਰ। ਇਹ ਚੀਜ਼ ਯਾਦ ਰੱਖਣੀ। ਇੱਕ ਤੁਸੀਂ ਇਹ 'ਚ ਇਹ ਦੇਖ ਲਿਓ, ਠੀਕ ਆ, ਇਹ ਰਿਜ਼ਲਟ ਬਸ। ਠੀਕ ਹੈ, ਇਸ ਵੀਡੀਓ ਦੇ ਵਿੱਚ ਆਪਾਂ ਇੰਨਾ ਹੀ ਕਰਾਂਗੇ। ਨੈਕਸਟ ਵੀਡੀਓ ਦੇ ਵਿੱਚ ਅਸੀਂ ਅੱਗੇ ਜਿਹੜਾ ਹੋਰ ਪੋਰਸ਼ਨ ਕੰਪਲੀਟ ਕਰਾਂਗੇ। ਫਿਲਹਾਲ ਇੰਨਾ ਲਈ ਥੈਂਕਸ ਫॉर ਵਾਚਿੰਗ ਦ ਵੀਡੀਓ।